I have asked to the Sadguru that when I see towards the world that someone is coming, someone is going, someone is taking birth, someone is dying, ਕੋਈ ਇਸ ਸੰਸਾਰ ਵਿੱਚ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਉਪਜ ਰਿਹਾ ਹੈ, ਕੋਈ ਵਿਨਸ ਰਿਹਾ ਹੈ। ਤੇ ਕੀ ਇਸ ਸੰਸਾਰ ਦਾ ਰਚਨਹਾਰ ਰਚਨਾ ਨੂੰ ਵਿਅਰਥ ਹੀ ਰਚ ਰਿਹਾ? ਸੰਸਾਰ ਔਰ ਨਿਰੰਕਾਰ ਦੇ ਖੇਡ ਵਿੱਚ ਬਹੁਤ ਵੱਡਾ ਭੇਦ ਹੈ। ਅਜੋਕੇ ਸਮੇਂ ਦੇ ਵਿੱਚ ਸੰਸਾਰ ਨੂੰ ਕਿਹਾ ਵੀ ਜਾਂਦਾ ਹੈ that the world is developing by getting smarter day by day and well informed। ਪਹਿਲਾਂ ਲੋਕ ਜੋ ਕੁਝ ਵੀ ਕਰਦੇ ਸਨ ਉਹ ਅਣਜਾਣਪਣੇ ਦੇ ਵਿੱਚ ਕਰਦੇ ਸਨ। ਅੱਜ ਹਰ ਚੀਜ਼ ਨੂੰ ਜਾਣਨਾ ਚਾਹੁੰਦੇ ਨੇ। ਅੱਜ ਤਾਂ ਕੋਈ ਖੇਡ ਵੀ ਖੇਡੇ ਤਾਂ ਉਹਦਾ ਲੌਜਿਕ ਪਹਿਲਾਂ ਸਮਝਦੇ ਨੇ। ਤੇ ਖੇਡ ਖੇਡਣ ਦੇ ਲਈ ਬਹੁਤ ਕੁਝ ਜਾਣਨਾ ਵੀ ਪੈਂਦਾ ਹੈ। ਤੇ ਰੱਬ ਦੀ ਖੇਡ ਵੀ ਕੋਈ ਐਵੇਂ ਹੀ ਥੋੜ੍ਹਾ ਹੈ। ਮੈਨੂੰ ਸਮਝ ਨਹੀਂ ਪੈ ਰਹੀ। ਇਸ ਕਰਕੇ ਸਤਿਗੁਰੂ ਜੀ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ। ਗੁਰਬਾਣੀ ਕਹਿੰਦੀ ਹੈ ਗੁਰਚਰਨ ਲਾਗ ਹਮ ਬਿਨਵਤਾ ਪੁੱਛਤ ਕਹਿ ਜਿਉ ਪਾਇਆ। ਇੱਕ ਬਹੁਤ ਜ਼ਰੂਰੀ ਜਾਣਕਾਰੀ ਹੈ ਜੋ ਗੁਰੂ ਕੋਲੋਂ ਪੁੱਛਣੀ ਹੈ, ਜੋ ਸਾਡੇ ਜੀਵਨ ਦੇ ਲਈ ਬਹੁਤ ਅਹਿਮ ਹੈ। ਦੈਟ ਵਾਈ ਵਾਜ਼ ਮੈਨ ਕ੍ਰੀਏਟਡ। ਸਵਾਲ ਕੀਤਾ ਕਿ ਇਹ ਜੀਵ ਕਿਉਂ ਬਣਾਇਆ ਹੈ? ਕਿਉਂਕਿ ਪਰਮਾਤਮਾ ਦੀ ਮਰਜ਼ੀ ਨਾਲ ਜੀਵ ਜਨਮ ਲੈਂਦੇ ਨੇ। ਭਾਵ ਪਰਮਾਤਮਾ ਦੀ ਖੇਡ ਹੈ, ਪਰ ਉਹਦੀ ਖੇਡ ਵੀ ਵਿਅਰਥ ਤਾਂ ਨਹੀਂ ਹੋ ਸਕਦੀ ਨਾ, ਜਿਸ ਦਾ ਕੋਈ ਮਤਲਬ ਨਾ ਹੋਵੇ, ਕੋਈ ਮੀਨਿੰਗ ਨਾ ਹੋਵੇ। ਐਸੀ ਵਿਅਰਥ ਖੇਡ ਤਾਂ ਪਰਮਾਤਮਾ ਖੇਡ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਤੁਸੀਂ ਦੱਸੋ। ਗੁਰਚਰਨ ਲਾਗ ਹਮ ਬਿਨਵਤਾ ਪੁੱਛਤ ਕਹਿ ਜਿਉ ਪਾਇਆ। ਕਮਨ ਕਾਜ ਜਗ ਉਪਜੇ ਬਿਨਸੈ ਕਹੋ ਮੋਹਿ ਸਮਝਾਇਆ। ਵਾਈ ਵਾਜ਼ ਦ ਮੈਨ ਕ੍ਰੀਏਟਡ? What deeds caused the world to come into being and be destroyed? Kindly tell and explain it to me, because I am also a part of that। ਕਿਉਂਕਿ ਮੈਂ ਵੀ ਉਸੇ ਦਾ ਹਿੱਸਾ ਹਾਂ। ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਪੈ ਬੰਧਨ ਟੂਟੈ। ਮੇਰੇ ਤੇ ਰਹਿਮ ਕਰਕੇ ਮੈਨੂੰ ਸਮਝਾਓ ਕਿ ਇਸ ਸੰਸਾਰ ਦੇ ਵਿੱਚ ਉਪਜਣਾ ਵਿਨਸਣਾ ਇਹਦੀ ਹੋਂਦ ਕੀ ਹੈ। ਇਟ ਇਜ਼ ਅ ਕੁਐਸਚਨ that who's the creator, what's the creation and why it has been created। ਇਹਦਾ ਰਚਨਹਾਰ ਕੌਣ ਹੈ, ਇਹਦੀ ਰਚਨਾ ਕੀ ਹੈ ਤੇ ਰਚਨਾ ਕਿਉਂ ਹੈ। ਸਤਿਗੁਰੂ ਜੀ ਸਾਨੂੰ ਇਹ ਸਮਝਾ ਦਿਓ। ਸਾਧ ਸੰਗਤ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਵੀ ਸਾਨੂੰ ਇਹੀ ਸਮਝਾ ਰਿਹਾ ਹੈ ਕਿ ਸੰਸਾਰ ਕੀ ਹੈ, ਇਹਨੂੰ ਬਣਾਉਣ ਵਾਲਾ ਕੀ ਹੈ, ਤਨ ਕਿਉਂ ਬਣਾਇਆ ਗਿਆ ਹੈ, ਮਨ ਕੀ ਹੈ, ਆਤਮਾ ਕੀ ਹੈ, ਪਦਾਰਥ ਕੀ ਹਨ, ਸਵਾਰਥ ਕਿਸ ਨੂੰ ਕਹਿੰਦੇ ਨੇ, ਰਿਸ਼ਤੇਦਾਰ ਸਾਕ ਸੰਬੰਧੀ ਕੌਣ ਨੇ, ਦੋਸਤ ਮਿੱਤਰ ਕੌਣ ਹਨ, ਧਨ ਕੀ ਹੈ, ਦੌਲਤ ਅਤੇ ਸ਼ੋਹਰਤ ਕਿਸ ਨੂੰ ਕਹਿੰਦੇ ਹਨ। ਕੋਈ ਏਕ ਪਹਿਲੂ ਨਹੀਂ ਹੈ ਜੀਵਨ ਦਾ। ਪਰਮਾਤਮਾ ਦੀ ਖੇਡ ਬਹੁਤ ਵੱਡੀ ਹੈ। ਪਰਮਾਤਮਾ ਦੀ ਬਣਾਈ ਇਸ ਥਿਊਰੀ ਨੂੰ ਸਮਝਣ ਲਈ ਵੀ ਸਮਾਂ ਲੱਗੇਗਾ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ ਜੋ ਸਾਨੂੰ ਲਿਟਰੇਚਰ ਰਾਹੀਂ ਐਕਸਪਲੇਨ ਕਰ ਰਹੀ ਹੈ, ਜੀਵਨ ਜੀਣ ਦੀ ਜਾਚ ਸਿਖਾ ਰਹੀ ਹੈ। ਅਤੇ ਬਾਕੀ 4 ਗੁਰੂਆਂ ਨੇ ਸਾਨੂੰ ਪ੍ਰੈਕਟੀਕਲੀ ਉਸ ਰਚਨਾ ਨੂੰ ਐਕਸਪਲੇਨ ਕੀਤਾ ਹੈ। 200 ਵਰ੍ਹੇ ਤੋਂ ਵੱਧ ਸਮਾਂ ਮਨੁੱਖ ਨੂੰ ਸੰਸਾਰ ਅਤੇ ਨਿਰੰਕਾਰ ਦੀ ਡੈਫੀਨੇਸ਼ਨ ਐਕਸਪਲੇਨ ਕਰਦਿਆਂ ਲੱਗ ਗਿਆ। 1430 ਪੰਨਾ ਤਿਆਰ ਕੀਤਾ ਗਿਆ। ਪਰ ਇੱਕ ਜਿਹੜਾ ਸਿਆਣਾ ਰਾਈਟਰ ਹੁੰਦਾ ਹੈ ਨਾ, ਉਹਨੇ ਕੋਈ ਜੇ ਸਬਜੈਕਟ ਸਮਝਾਉਣਾ ਹੋਵੇ ਤੇ ਉਹ ਬੜੇ ਵਿਸਥਾਰ ਨਾਲ ਸਮਝਾਉਂਦਾ ਹੈ। ਔਰ ਸਮਝਾਉਣ ਤੋਂ ਬਾਅਦ ਜਿਹੜੇ ਖਾਸ ਕੁਐਸਚਨ ਹੁੰਦੇ ਨੇ ਉਹਦੀ ਇੱਕ ਲਿਸਟ ਬਣਾ ਕੇ ਪੇਸ਼ ਕਰਦਾ ਹੈ। ਉਹਨੂੰ ਕਹਿੰਦੇ ਨੇ ਕਠਨ ਪਾਠਾਂ ਦੀ ਪੂੰਜੀ, ਔਰ ਵੀ ਕੈਨ ਸੇ ਸਮਰੀ ਕੁਐਸਚਨਸ। ਜਿਸ ਤਰ੍ਹਾਂ ਕੋਈ ਪਾਠ ਪੜ੍ਹਿਆ ਜਾਂਦਾ ਹੈ ਤੇ ਅਖੀਰ ਵਿੱਚ ਸੰਖੇਪ ਸ਼ਬਦਾਂ ਦੇ ਵਿੱਚ ਉਹਨੂੰ ਸਮਝਾਉਣ ਦੇ ਲਈ ਸਾਰ ਲਿਖ ਦਿੱਤਾ ਜਾਂਦਾ ਹੈ ਤਾਂ ਕਿ ਅਸੀਂ ਬੜੀ ਆਸਾਨੀ ਨਾਲ ਉਸ ਸਬਜੈਕਟ ਨੂੰ ਸਮਝ ਸਕੀਏ। ਤੇ ਬਿਲਕੁਲ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਸਲੋਕ ਮਹਿਲੇ 9ਵੇਂ ਦੇ ਸਲੋਕ ਹਨ ਜੋ ਸਾਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਸਮਝਾਉਂਦੇ ਨੇ ਅਤੇ ਜਿਸ ਦੀ ਵਿਚਾਰ ਦਾਸ ਆਪ ਜੀ ਨਾਲ ਸਾਂਝੀ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬੜੀ ਖੂਬਸੂਰਤੀ ਨਾਲ ਬਾਣੀ ਨੂੰ ਤਰਤੀਬ ਦਿੱਤੀ ਹੈ। 9ਵੇਂ ਪਾਤਸ਼ਾਹ ਦੇ ਸ਼ਬਦਾਂ ਨੂੰ ਵੀ ਬੜੇ ਤਰੀਕੇ ਦੇ ਨਾਲ ਵੱਖ-ਵੱਖ ਰਾਗਾਂ ਵਿੱਚ
ਸ਼ਬਦਾਂ ਰਾਹੀਂ ਤਰਤੀਬ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਸ਼ਲੋਕ ਅਕਸਰ ਵਾਰਾਂ ਨਾਲ ਜੋੜੇ ਗਏ ਸਨ। ਗੁਰੂ ਅਰਜਨ ਦੇਵ ਸਾਹਿਬ ਜੀ ਵੇਲੇ ਤਰਤੀਬ ਦਿੱਤੀ ਗਈ ਸੀ ਅਤੇ ਜਿਹੜੇ ਸ਼ਲੋਕ ਬਚ ਗਏ ਸਨ ਉਹਨਾਂ ਨੂੰ ਸਾਰੀ ਬਾਣੀ ਦੇ ਅਖੀਰ ਤੇ ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ ਅੰਕਿਤ ਕਰ ਦਿੱਤਾ ਗਿਆ ਸੀ, ਕਿਉਂਕਿ ਵਾਰਾਂ ਤੋਂ ਵਧੇ ਹੋਏ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਖੂਬਸੂਰਤ ਤਰਤੀਬ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਬਦ ਕੁਝ ਰਾਗਾਂ ਦੇ ਵਿੱਚ ਬਾਕੀ ਗੁਰੂ ਸਾਹਿਬਾਨ ਦੇ ਸ਼ਬਦਾਂ ਦੇ ਨਾਲ ਅੰਕਿਤ ਕਰ ਦਿੱਤੇ ਅਤੇ ਇਹ ਸਨ ਸ਼ਲੋਕ। ਕਿਉਂਕਿ ਪਹਿਲਾਂ ਬਚੇ ਹੋਏ ਸ਼ਲੋਕਾਂ ਨੂੰ ਵਾਰਾਂ ਅਤੇ ਵਧੀਕ ਵਿੱਚ ਅੰਕਿਤ ਕਰ ਦਿੱਤਾ ਗਿਆ ਸੀ ਅਤੇ ਪਹਿਲੀ ਤਰਤੀਬ ਨੂੰ ਬਦਲਿਆ ਨਹੀਂ ਜਾ ਸਕਦਾ ਸੀ। ਇਸ ਕਰਕੇ ਜਿੱਥੇ ਵਾਰਾਂ ਅਤੇ ਵਧੀਕ ਭਾਵ ਵਧੇ ਹੋਏ ਸ਼ਲੋਕ ਅੰਕਿਤ ਕੀਤੇ ਗਏ ਸਨ ਤੇ ਜਿੱਥੇ ਵਾਰਾਂ ਤੇ ਵਧੀਕ ਦੀ ਸਮਾਪਤੀ ਹੁੰਦੀ ਹੈ, ਨਾਲ ਹੀ ਉੱਥੋਂ ਹੀ ਫਿਰ ਸ਼ਲੋਕ ਮਹਿਲੇ 9ਵੇਂ ਦੀ ਆਰੰਭਤਾ ਕੀਤੀ ਗਈ ਤਾਂ ਕਿ ਬਾਣੀ ਨੂੰ ਤਰਤੀਬ ਮਿਲ ਜਾਏ। ਵੈਸੇ ਹਰ ਸਿੱਖ ਦਾ ਫਰਜ਼ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਅਤੇ ਵਿਚਾਰਨਾ, ਪਰ ਪੁਰਾਣੇ ਸਮੇਂ ਅੰਦਰ ਇਹ ਕਿਹਾ ਜਾਂਦਾ ਸੀ ਕਿ ਜੇਕਰ ਕਿਸੇ ਕਾਰਨ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਸੁਣ ਸਕੇ ਤੇ ਸ਼ਲੋਕ ਮਹਿਲੇ 9ਵੇਂ ਦੇ ਸ਼ਲੋਕ ਜ਼ਰੂਰ ਸੁਣ ਲੈਣਾ। ਹਾਲੇ ਤੱਕ ਵੀ ਕਈ ਬਜ਼ੁਰਗ ਇਹ ਜਾਣਦੇ ਨੇ, ਕਈ ਘਰਾਂ ਦੇ ਵਿੱਚ ਇਹ ਪਰੰਪਰਾ ਆਮ ਪ੍ਰਚਲਿਤ ਹੈ। ਜਦ ਕਿਸੇ ਦੇ ਘਰ ਪਾਠ ਰੱਖਿਆ ਹੋਵੇ ਤੇ ਕਿਸੇ ਕਾਰਨ ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਰਵਣ ਨਹੀਂ ਕਰ ਸਕੇ ਘਰ ਦੇ ਜੀ, ਤੇ ਘਰ ਦੇ ਸਾਰੇ ਜੀਵ ਸ਼ਲੋਕ ਮਹਿਲਾ 9ਵਾਂ ਪੜ੍ਹਨ ਵੇਲੇ ਇਕੱਠੇ ਬੈਠ ਕੇ ਸੁਣਨਾ ਆਪਣੀ ਜ਼ਿੰਮੇਵਾਰੀ ਸਮਝਦੇ ਨੇ। ਤੇ ਇਸ ਪਿੱਛੇ ਇੱਕ ਖਿਆਲ ਕੰਮ ਕਰ ਰਿਹਾ ਸੀ ਕਿ ਸ਼ਲੋਕ ਮਹਿਲਾ 9ਵਾਂ ਜੋ ਹੈ ਉਹ ਜ਼ਰੂਰ ਸੁਣਨੇ ਨੇ। ਤੇ ਦਾਸ ਵੀ ਹੈਰਾਨ ਹੋਇਆ ਕਿ ਇਹ ਕਿਉਂ ਕਿਹਾ ਜਾਂਦਾ ਸੀ। ਤੇ ਜਦ ਦਾਸ ਨੇ ਸ਼ਲੋਕ ਮਹਿਲਾ 9ਵਾਂ ਨੂੰ ਵਿਚਾਰਿਆ ਤਾਂ ਪਤਾ ਲੱਗਾ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਦਾ ਨਿਚੋੜ ਹੈ ਸ਼ਲੋਕ ਮਹਿਲਾ 9ਵਾਂ, ਜਿਸ ਨੂੰ ਆਪਾਂ ਕਠਿਨ ਪਾਠਾਂ ਦੀ ਪੂੰਜੀ ਕਹਿੰਦੇ ਆ ਜਾਂ ਸਮਰੇ ਕਹਿੰਦੇ ਆ। ਜੇ ਗੁਰੂ ਗ੍ਰੰਥ ਸਾਹਿਬ ਪੂਰਾ ਨਹੀਂ ਪੜ੍ਹ ਸਕੇ ਤੇ ਸ਼ਲੋਕ ਮਹਿਲਾ 9ਵਾਂ ਦੇ ਵਿੱਚ ਹਰ ਉਹ ਜ਼ਰੂਰੀ ਗੱਲ ਸੰਖੇਪ ਸ਼ਬਦਾਂ ਦੇ ਅੰਦਰ ਸਮਝਾ ਦਿੱਤੀ ਗਈ ਹੈ। ਤੁਸੀਂ ਹੈਰਾਨ ਹੋਵੋਗੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਦੇ ਵਿੱਚ ਦਰਜ ਕੀਤਾ ਗਿਆ ਹੈ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਜੀਵਨ ਕੀ ਹੈ, ਅਸਥਿਰਤਾ ਕੀ ਹੈ, ਜੀਵਨ ਸਾਂਝ ਕਿਸ ਨੂੰ ਕਹਿੰਦੇ ਨੇ, ਵਿਛੋੜਾ ਕੀ ਹੈ, ਮਿਲਾਪ ਕੀ ਹੈ, ਬੰਦਗੀ ਭਗਤੀ ਕਿਸ ਨੂੰ ਕਹਿੰਦੇ ਨੇ, ਇਹ ਸਾਰਾ ਕੁਝ ਸ਼ਲੋਕ ਮਹਿਲਾ 9ਵਾਂ ਦੇ ਸ਼ਲੋਕਾਂ ਦੇ ਵਿੱਚ ਦੋ ਪੰਕਤੀਆਂ ਦੇ ਵਿੱਚ ਵੱਖ-ਵੱਖ ਸੰਖੇਪ ਕਰਕੇ ਸਾਨੂੰ ਸਮਝਾ ਦਿੱਤਾ ਗਿਆ ਹੈ। ਭਾਵ ਇੱਕ ਗਾਈਡ ਵਾਂਗ ਨਿਚੋੜ ਕੱਢ ਕੇ ਸਾਨੂੰ ਸਮਝਾ ਦਿੱਤਾ ਗਿਆ ਹੈ, ਜਿਸ ਨੂੰ ਆਪਾਂ ਗੁਰੂ ਦੀ ਕਿਰਪਾ ਅਨੁਸਾਰ ਪੜ੍ਹ ਕੇ ਵਿਚਾਰਨਾ ਹੈ ਅਤੇ ਸਮਝਣਾ ਹੈ। ਸਤਿਗੁਰੂ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ। ਜਿਸ ਤਰ੍ਹਾਂ ਪਹਿਲਾਂ ਵੀ ਇਹ ਸਵਾਲ ਆਇਆ ਸੀ, ਕਮਨ ਕਾਜ ਜਗ ਉਪਜੈ ਬਿਨਸੈ ਕਹੋ ਮੋਹਿ ਸਮਝਾਇਆ। What deeds cause the world to come into being and be destroyed? Kindly tell and explain it to me. ਮੈਨੂੰ ਦੱਸੋ ਜੀਵ ਨੂੰ ਪੈਦਾ ਕਰਨ ਦਾ ਮਤਲਬ ਕੀ ਹੈ, ਕਾਰਨ ਕੀ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਦੱਸਦੇ ਨੇ ਕਿ ਭਲਿਆ ਗੋਬਿੰਦ ਦੇ ਭਜਨ ਲਈ ਤੈਨੂੰ ਜਨਮ ਪ੍ਰਾਪਤ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਤੇ ਦੱਸਿਆ ਗਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਤੇ ਇੱਥੇ ਵੀ ਉਹੀ ਗੱਲ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 2 ਪੰਕਤੀਆਂ ਵਿੱਚ ਸਾਨੂੰ ਸਮਝਾ ਦਿੱਤੀ ਕਿ ਤੈਨੂੰ ਜਨਮ ਮਿਲਿਆ ਹੈ ਗੋਬਿੰਦ ਦੇ ਭਜਨ ਗਾਉਣ ਲਈ, ਤੇ ਜੇ ਤੂੰ ਉਹਦੀ ਬੰਦਗੀ ਨਹੀਂ ਕਰ ਰਿਹਾ ਸਮਝ ਲੈ ਤੇਰਾ ਜਨਮ ਵਿਅਰਥ ਜਾ ਰਿਹਾ ਹੈ। ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀਨ। If you haven't sung the praises of the Lord, then your life is useless. Now the issue is how we can sing ਆਪਣੀ ਜ਼ੁਬਾਨ ਨਾਲ, ਤੇ ਜੇ ਉਸ ਪ੍ਰਭੂ ਨੂੰ ਗਾਉਣਾ ਹੈ ਤੇ ਕਿੰਨੀ ਦੇਰ ਤੱਕ ਗਾਈਏ, ਇਹ ਸਵਾਲ ਹੈ। ਜੇ ਪੁੱਛੀਏ ਸਤਿਗੁਰੂ ਜੀ ਕੋਲੋਂ
ਤੇ ਉਸਦਾ ਜਵਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੀ ਲਾਈਨ ਦੇ ਵਿੱਚ ਦਿੰਦੇ ਨੇ, ਕਹੋ ਨਾਨਕ ਹਰ ਭਜ ਮਨਾ, ਜੈ ਬਿਦ ਜਲ ਕੋ ਮੀਨ, ਮੈਡੀਟੇਟ ਵਾਈਬ੍ਰੇਟ ਅਪੋਨ ਦ Lord, immerse your mind in him like the way the fish loves water। ਜਿਵੇਂ ਮੱਛੀ ਦਾ ਪਾਣੀ ਨਾਲ ਸੰਬੰਧ ਹੈ, ਬਿਲਕੁਲ ਇਸੇ ਤਰ੍ਹਾਂ ਤੂੰ ਪਰਮਾਤਮਾ ਨਾਲ ਪਿਆਰ ਪਾ। ਅਸੀਂ ਕੇਵਲ 2-3 ਘੰਟਿਆਂ ਜਾਂ ਕੋਈ ਵਿਰਲਾ ਹੋਵੇਗਾ ਜੋ 5 ਘੰਟੇ ਬਿਤਾ ਲਵੇਗਾ, ਪਰਮਾਤਮਾ ਦੀ ਬੰਦਗੀ ਕਰਨ ਲੱਗੇਗਾ। ਪਰ ਇਹੀ ਗੱਲ ਜੇ ਮੱਛੀ ਵਿੱਚ ਵੇਖੀਏ, ਕਿ ਮੱਛੀ ਨੂੰ ਕੋਈ ਕਹਿ ਸਕਦਾ ਹੈ ਕਿ ਇਹ ਮੱਛੀ ਤੂੰ ਆਪਣਾ ਸਾਰਾ ਜੀਵਨ ਪਾਣੀ ਵਿੱਚ ਬਿਤਾ ਦਿੰਦੀ ਹੈ, ਕਦੀ ਪਾਣੀ ਤੋਂ 2-3 ਘੰਟੇ ਬਾਹਰ ਵੀ ਨਿਕਲ, ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਮੱਛੀ ਪਾਣੀ ਤੋਂ ਬਗੈਰ ਇੱਕ ਪਲ ਨਹੀਂ ਬਿਤਾ ਸਕਦੀ। ਤੇ ਗੁਰੂ ਪਾਤਸ਼ਾਹ ਜਿਸ ਨੂੰ ਗਾਉਣਾ ਆਖ ਰਹੇ ਨੇ, ਉਹ ਤਾਂ ਨਿਰੰਤਰ ਹੈ, ਉਹਦੇ ਵਿੱਚ ਅੰਤਰ ਨਹੀਂ ਆ ਸਕਦਾ। ਉਹਨੂੰ ਤਾਂ ਦਿਨ ਵੀ ਗਾਵੋ, ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ। ਉਹ ਰਸਨਾ ਹੈ ਜੋ ਸਾਸ ਸਾਸ ਗਾਉਂਦੀ ਰਹੇ, ਪਰ ਇਹ ਰਸਨਾ ਤੇ ਉਹ ਹੋ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਅੱਖੀ ਬਾਝੋਂ ਵੇਖਣਾ, ਮਿਣ ਕੰਨਾਂ ਸੁਣਨਾ, ਪੈਰਾ ਬਾਝੋਂ ਚੱਲਣਾ, ਮਿਣ ਹੱਥਾਂ ਕਰਨਾ, ਜੀਭੇ ਬਾਝੋਂ ਬੋਲਣਾ। ਉਹ ਜੀਵ ਜੋ ਕਿਸੇ ਜੀਵ ਦੀ ਮੁਹਤਾਜ ਨਾ ਹੋਵੇ, ਕਿਉਂਕਿ ਇਸ ਜੀਵ ਤੋਂ ਬਿਨਾਂ ਵੀ ਕੋਈ ਜੀਵ ਬੋਲਦੀ ਹੈ। ਸਤਿਗੁਰੂ ਜੀ ਕਹਿੰਦੇ, ਆਪਣਾ ਪਿਆਰ ਇਸ ਤਰ੍ਹਾਂ ਪਾ ਜਿਵੇਂ ਮੱਛੀ ਦਾ ਪਾਣੀ ਨਾਲ ਹੈ। ਕਹੋ ਨਾਨਕ ਹਰ ਭਜ ਬਨਾ, ਜੈ ਬਿਦ ਜਲ ਕੋ ਮੀਨ। ਇਸ ਤਰ੍ਹਾਂ ਦਾ ਭਜਨ, ਇਸ ਤਰ੍ਹਾਂ ਦਾ ਨਾਮ ਜਪਣਾ, ਪਰਮਾਤਮਾ ਨਾਲ ਆਪਣੇ ਐਸੇ ਸੰਬੰਧ ਪੈਦਾ ਕਰ ਲੈਣੇ ਜੋ ਇਸ ਸਰੀਰ ਦੇ ਮੁਹਤਾਜ ਨਾ ਹੋਣ। ਕਿਉਂਕਿ ਸਰੀਰ ਦੀ ਮੁਹਤਾਜੀ ਦੇ ਨਾਲ ਭਗਤੀ ਕੁਝ ਘੰਟਿਆਂ ਲਈ ਜਾਂ ਕੁਝ ਦਿਨਾਂ ਲਈ ਆਪਾਂ ਕਰ ਸਕਦੇ ਹਾਂ, ਕਿਉਂਕਿ ਜੀਵਨ ਗਿਣਤੀ ਮਿਣਤੀ ਦਾ ਹੈ। ਪਰ ਰੱਬ ਦੀ ਸਾਂਝ ਜਿਹੜੀ ਆ ਉਹ ਅਨਲਿਮਿਟਿਡ ਹੈ, ਅਣਗਿਣਤ ਹੈ। ਪਰਮਾਤਮਾ ਨਾਲ ਤਾਂ ਇੱਕ ਛਿਨ ਵੀ ਦੂਰ ਨਹੀਂ ਜਾਇਆ ਜਾ ਸਕਦਾ। ਅਤੇ ਹੁਣ ਸਤਿਗੁਰੂ ਜੀ ਦੂਜਾ ਪੱਖ ਸਮਝਾ ਰਹੇ ਨੇ, ਵਿਖਿਆਨ ਸੋ ਕਾਹੇ ਰਚਿਓ, ਨਿਮਕ ਨਾ ਹੋਏ ਉਦਾਸ। You engrossed in sin and corruption, you are not detached even for a moment। ਸਾਡਾ ਜੋ ਮੱਛੀ ਤੇ ਜਲ ਵਾਂਗ ਪਿਆਰ ਹੈ, ਉਹ ਤਾਂ ਦੁਨਿਆਵੀ ਪਦਾਰਥਾਂ ਨਾਲ ਹੈ। ਜਿਵੇਂ ਮੱਛੀ ਨੂੰ ਪਾਣੀ ਤੋਂ ਦੂਰ ਕਰੋ ਤੜਪ ਉੱਠਦੀ ਹੈ, ਬਿਲਕੁਲ ਇਸੇ ਤਰ੍ਹਾਂ ਜੇ ਮਨੁੱਖ ਨੂੰ ਇਹ ਪਤਾ ਲੱਗ ਜਾਏ ਕਿ ਪਦਾਰਥ ਮੇਰੇ ਕੋਲ ਨਹੀਂ ਰਹਿਣੇ, ਮਨੁੱਖ ਦਾ ਉਦੋਂ ਹੀ ਜੀਣਾ ਮੁਹਾਲ ਹੋ ਜਾਂਦਾ ਹੈ। ਮੱਛੀ ਤੇ ਪਾਣੀ ਵਾਲਾ ਪਿਆਰ ਜੋ ਤੇਰਾ ਪਰਮਾਤਮਾ ਦੀ ਬੰਦਗੀ ਨਾਲ ਹੋਣਾ ਚਾਹੀਦਾ ਸੀ, ਉਹ ਪਦਾਰਥਾਂ ਨਾਲ ਹੋ ਗਿਆ। ਤੇ ਦੁਨਿਆਵੀ ਪਦਾਰਥ ਵੀ ਉਹ ਜੋ ਜੀਵਨ ਪੱਖੋਂ ਦਿਨ ਬਦਨ ਕਮਜ਼ੋਰ ਬਣਾ ਰਹੇ ਨੇ। ਸਤ ਸੰਗਤ ਜੀ, ਸਾਡੇ ਲਈ ਹਰ ਉਹ ਚੀਜ਼ ਜ਼ਹਿਰ ਹੈ ਜੋ ਸਾਡੇ ਦੈਵੀ ਜੀਵਨ ਨੂੰ ਤਬਾਹ ਕਰ ਦਵੇ, ਜੋ ਸਾਡੀ ਆਤਮਾ ਨੂੰ ਮਾਰ ਦਵੇ, ਸਾਡੇ ਜ਼ਮੀਰ ਨੂੰ ਗੁਲਾਮ ਬਣਾ ਦਵੇ। ਅਸਲ ਦੇ ਵਿੱਚ ਸਾਡੇ ਜੀਵਨ ਦੇ ਲਈ ਉਹ ਜ਼ਹਿਰ ਹੈ। ਵਿਖਿਆਨ ਸੋ ਕਾਹੇ ਰਚਿਓ, ਨਿਮਕ ਨਾ ਹੋਏ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਮੈਡੀਟੇਟ ਵਾਈਬ੍ਰੇਟ ਅਪੋਨ ਦ Lord and you shall not be caught in the noose of death। ਪ੍ਰਭੂ ਦੀ ਬੰਦਗੀ ਕਰਕੇ ਜਮਾ ਦੀ ਫਾਹੀ ਤੋਂ ਬਚ ਜਾਵੇਂਗਾ, ਕਿਉਂਕਿ ਜਿਹੜੇ ਪਦਾਰਥ ਅੱਜ ਸਾਨੂੰ ਚੰਗੇ ਲੱਗ ਰਹੇ ਨੇ ਉਹ ਕੱਲ ਦੇ ਦੁੱਖ ਨੇ। ਸੁਖ ਮੰਗਤ ਦੁੱਖ ਆਗੇ ਆਵੇ। ਜੋ ਪਦਾਰਥ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਇਹ ਵਿਸ ਦੰਦਲਾ ਧਰੀਆਂ ਖੰਡ ਲਿਵਾੜ। ਜੋ ਪਦਾਰਥ ਸਾਨੂੰ ਖਾਣ ਲੱਗਿਆ ਮਿੱਠੇ ਤੇ ਲੱਗਦੇ ਨੇ, ਪਰ ਜਦ ਉਹਨਾਂ ਦਾ ਅਸਰ ਸਾਡੀ ਆਤਮਾ ਅਤੇ ਜ਼ਮੀਰ ਤੇ ਹੁੰਦਾ ਹੈ, ਮਰ ਜਾਂਦੀਆਂ ਨੇ। ਪਰ ਅੱਜ ਮਨੁੱਖ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਗਲਤਾਨ ਕਰ ਲਿਆ ਹੈ, ਇਨਵੋਲਵ ਕਰ ਲਿਆ ਉਹਨਾਂ ਪਦਾਰਥਾਂ ਦੇ ਵਿੱਚ, ਮਾਨੋ ਸਾਡਾ ਪਿਆਰ ਕੇਵਲ ਪਦਾਰਥਾਂ ਨਾਲ ਹੈ, ਪ੍ਰਭੂ ਨਾਲ ਨਹੀਂ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਇਟ ਇਜ਼ ਦ ਐਕਚੁਅਲ ਨਿਊਜ਼ ਆਫ ਡੈਥ। ਜਮ ਕਿਹਨੂੰ ਕਹਿੰਦੇ ਨੇ? ਗੁਰਬਾਣੀ ਕਹਿੰਦੀ ਹੈ, ਜਮ ਡੰਡਾ ਗਲ ਸੰਗੜ ਪੜਿਆ, ਭਾਗ ਗਏ ਸੇ ਪੰਚ ਜਨਾ। ਜਮ ਦੇ ਹੱਥ ਦੇ ਵਿੱਚ ਡੰਡਾ ਹੈ, ਉਹਨਾਂ ਨੇ ਗਲੇ ਦੇ ਵਿੱਚ ਸੰਗਲ ਪਾ ਕੇ ਬੰਨ ਲਿਆ ਹੈ। ਹੁਣ ਜਮ ਵੱਲੋਂ ਬੰਨਣ ਦਾ ਮਕਸਦ ਇਹੀ ਹੁੰਦਾ ਕਿ ਜਦੋਂ ਡੰਡਾ ਪਵੇ ਉਦੋਂ ਕੋਈ ਬਚ ਕੇ ਨਿਕਲ ਨਾ ਸਕੇ, ਜਿਨ੍ਹਾਂ ਦੇ ਸਾਹਮਣੇ ਕੋਈ ਵਸ ਨਾ ਚੱਲ ਸਕੇ, ਉਹ ਜਮ ਨੇ।
ਅਸੀਂ ਮਰਨ ਤੋਂ ਬਾਅਦ ਦੇ ਜਮਾ ਦੇ ਬਾਰੇ ਗੱਲਾਂ ਕਰ ਰਹੇ ਹਾਂ। ਪਰ ਕੁਝ ਐਸੇ ਲੋਕ ਵੀ ਹਨ ਇਸ ਸੰਸਾਰ ਤੇ ਜੋ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਹਿੰ ਡਿੱਠਾ। ਪਰ ਗੁਰਬਾਣੀ ਦੀ ਰੌਸ਼ਨੀ ਅੰਦਰ ਜਿਸ ਨੇ ਇਸ ਗੱਲ ਨੂੰ ਸਮਝ ਲਿਆ, ਜਿਸ ਨੂੰ ਸਮਝ ਪੈ ਗਈ, ਉਹਨੇ ਜਾਣ ਲਿਆ ਕਿ ਜੀਵਨ ਵਿੱਚ ਰਹਿੰਦਿਆਂ ਹੋਇਆਂ ਜੋ ਇਸ ਵੇਲੇ ਦੁੱਖ ਮਿਲ ਰਹੇ ਨੇ, ਕਈ ਵਾਰੀ ਹਸਪੀਟਲ ਚਲੇ ਜਾਓ, ਰੋਗੀ ਕੁਰਲਾ ਰਹੇ ਹੁੰਦੇ ਨੇ, ਸੰਸਾਰ ਤੇ ਝਾਤ ਮਾਰੋ, ਹਰ ਮਨੁੱਖ ਰੋਂਦਾ ਕੁਰਲਾਉਂਦਾ ਨਜ਼ਰ ਆਏਗਾ। ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਹੈ ਅਤੇ ਉਹ ਹੋਰ ਕੋਈ ਨਹੀਂ, ਜੰਮ ਨੇ। ਕਿਉਂਕਿ ਦੁੱਖ ਰੂਪੀ ਜੰਮ ਕਿਸੇ ਦੇ ਜੀਵਨ ਵਿੱਚ ਕਦੋਂ ਵੀ ਆ ਸਕਦੇ ਨੇ। ਐਸੇ ਰੋਗ ਦੌਲਤਮੰਦ ਲੋਕਾਂ ਨੂੰ ਵੀ ਲੱਗ ਜਾਂਦੇ ਨੇ। ਉਹ ਅਮੀਰ ਲੋਕ ਵੀ ਰੋਗ ਰੂਪੀ ਜੰਮ ਦੇ ਸਾਹਮਣੇ ਬੇਵੱਸ ਹੋ ਜਾਂਦੇ ਨੇ। ਪਰ ਇਹ ਰੋਗ ਲੱਗਦੇ ਉਦੋਂ ਨੇ ਜਦ ਅਸੀਂ ਆਪ ਅਨਡਿਸਪਲਿਨ ਹੋ ਜਾਂਦੇ ਹਾਂ, ਜਦੋਂ ਅਸੀਂ ਪਰਮਾਤਮਾ ਦੇ ਕਹੇ ਹੁਕਮ ਤੋਂ ਉਲਟ ਆਪਣੀ ਜ਼ਿੰਦਗੀ ਬਿਤਾਉਣੀ ਆਰੰਭ ਕਰ ਦਿੰਦੇ ਹਾਂ। ਉਦੋਂ ਹੀ ਇਹ ਦੁੱਖ ਰੂਪੀ ਜਨਮ ਲੈਂਦੇ ਨੇ ਤੇ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ। ਅਤੇ ਇਹਨੂੰ ਹੀ ਵਿਖਿਆ ਵੀ ਕਹਿੰਦੇ ਨੇ। ਵਿਖਿਅਨ ਸੋ ਕਾਹੇ ਰਚਿਓ, ਨਿਮਕ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰ ਨਾ ਜਮ ਕੀ ਫਾਸ, ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਨਾਓ ਸਤਿਗੁਰੂ ਜੀ ਵਾਂਟ ਟੂ ਕਨੈਕਟ ਅਸ ਵਿਦ ਦ ਲਾਸਟ ਪੁਆਇੰਟ। ਮਨੁੱਖ ਨੇ ਵਿਖਿਆ ਵਿੱਚ, ਪਦਾਰਥਾਂ ਵਿੱਚ, ਅਵਗੁਣਾਂ ਦੇ ਵਿੱਚ ਆਪਣੀ ਜਵਾਨੀ ਗਵਾ ਦਿੱਤੀ। ਤਰਨਾਪੋ ਮੀਨਸ ਜਵਾਨੀ, ਯੂਥ। ਮਨੁੱਖ ਜਿੰਨੀ ਆਪ ਹੁਦਰੀਆਂ ਕਰਦਾ ਹੈ, ਜਿੰਨੀ ਅਨਡਿਸਪਲਿਨ ਐਕਟੀਵਿਟੀਜ਼ ਕਰਦਾ ਹੈ, ਉਹ ਜਵਾਨੀ ਦੇ ਵਿੱਚ ਕਰਦਾ ਹੈ। ਗੁਰਬਾਣੀ ਕਹਿੰਦੀ ਹੈ ਦੂਜੇ ਪੈਰਾ ਰੈਣ ਕੇ ਵਰਨ ਜਾ ਰਿਹਾ ਮਿੱਤਰਾ, ਭਰ ਜਵਾਨੀ ਲਹਿਰੀ ਦੇ। ਫੁੱਲ ਬਲੱਡਡ ਯੂਥ is always wave violently and waves are undisciplined, ਜੋ ਕਿਨਾਰੇ ਨੂੰ ਤੋੜਦੀਆਂ ਨੇ। ਪਰ ਯਾਦ ਰੱਖਣਾ, ਸਾਗਰ ਕਦੀ ਕਿਨਾਰਾ ਨਹੀਂ ਤੋੜਦਾ। ਭਾਵੇਂ ਸਾਗਰ ਦੇ ਵਿੱਚ ਇੰਨਾ ਪਾਣੀ ਹੈ, ਫਿਰ ਵੀ ਉਹ ਡਿਸਪਲਿਨ ਵਿੱਚ ਰਹਿੰਦਾ ਹੈ, ਕਿਉਂਕਿ ਸਾਗਰ ਵਿੱਚ ਧੀਰਜ ਹੈ। ਜੋ ਡਿਸਪਲਿਨ ਤੋੜਦੀਆਂ ਨੇ ਉਹ ਸਾਗਰ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਨੇ, ਸਾਗਰ ਆਪ ਨਹੀਂ। ਇਸ ਕਰਕੇ ਜਵਾਨੀ ਨੂੰ ਵੀ ਸਤਿਗੁਰੂ ਨੇ ਲਹਿਰਾਂ ਦਾ ਨਾਮ ਦਿੱਤਾ ਹੈ। ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਭਰ ਜਵਾਨੀ ਲਹਿਰੀ ਦੇ। ਜਿਵੇਂ ਲਹਿਰਾਂ ਅਕਸਰ ਕਿਨਾਰਾ ਤੋੜਦੀਆਂ ਨੇ, ਉਸੇ ਤਰ੍ਹਾਂ ਅਨਡਿਸਪਲਿਨ ਜਵਾਨੀ ਗੁਰੂ ਦਾ ਹੁਕਮ ਤੋੜਦੀ ਹੈ। ਸਿੱਖ ਦੀ ਜ਼ਿੰਦਗੀ, ਮੈਂ ਬੇਨਤੀ ਕਰਦੇ ਹਾਂ, ਦੋ ਕਿਨਾਰਿਆਂ ਵਿੱਚ ਚੱਲਣ ਵਾਲਾ ਇੱਕ ਦਰਿਆ ਹੈ। ਸਿੱਖ ਨੇ ਦੋਨਾਂ ਨੂੰ ਸਾਂਭ ਕੇ ਤੁਰਨਾ ਹੈ, ਕਿਉਂਕਿ ਇੱਕ ਕਿਨਾਰਾ ਹੈ ਰਹਿਮਤ ਤੇ ਦੂਜਾ ਹੈ ਰਜ਼ਾ। ਜੇ ਕੁਝ ਮਿਲ ਗਿਆ ਤਾਂ ਪ੍ਰਮਾਤਮਾ ਦੀ ਰਹਿਮਤ, ਜੇ ਕੁਝ ਚਲਾ ਗਿਆ ਤਾਂ ਉਸ ਦੀ ਰਜ਼ਾ। ਤੇ ਇਸੇ ਜੀਵਨ ਨੂੰ ਹੀ ਸਹਿਜ ਦਾ ਨਾਮ ਵੀ ਦੇ ਦਿੱਤਾ ਗਿਆ। ਪਰ ਜਦ ਮਨੁੱਖ ਤਰਨਾਪੋ ਵਾਲੀ ਅਵਸਥਾ ਹੁੰਦੀ ਹੈ, ਮੀਨਸ ਜਵਾਨੀ ਵਿੱਚ ਹੁੰਦਾ ਹੈ, ਉਦੋਂ ਸਾਰੀ ਮਰਿਆਦਾ ਤੋਂ ਬਾਹਰ ਹੋ ਜਾਂਦਾ ਹੈ। ਉਦੋਂ ਸਾਰੀ ਮਰਿਆਦਾ ਤੋੜ ਦਿੰਦਾ ਹੈ, ਗੁਰੂ ਦੇ ਹੁਕਮ ਦੀ ਵੀ ਕਈ ਵਾਰੀ ਉਲੰਘਣਾ ਕਰ ਦਿੰਦਾ ਹੈ। ਉਦੋਂ ਅੰਮ੍ਰਿਤ ਛਕਣ ਵਾਲੀ ਗੱਲ ਵੀ ਨਹੀਂ ਸੁਣਨਾ ਚਾਹੁੰਦਾ। ਹਾਲੇ ਮੇਰੀ ਜਵਾਨੀ ਹੈ ਜੀ, ਮੈਨੂੰ ਜਵਾਨੀ ਮਾਣ ਲੈਣ ਦਿਓ। ਕਿਉਂਕਿ ਮਨੁੱਖ ਆਪਣੀ ਜਵਾਨੀ ਨੂੰ ਡਿਸਪਲਿਨ ਵਿੱਚ ਨਹੀਂ ਲਿਆਉਣਾ ਚਾਹੁੰਦਾ। ਨਤੀਜਾ ਇਹ ਨਿਕਲਦਾ, ਜਦੋਂ ਜਵਾਨੀ ਦੀਆਂ ਲਹਿਰਾਂ ਉੱਠਦੀਆਂ ਨੇ, ਹੜ੍ਹ ਆ ਜਾਂਦੇ ਨੇ। ਆਪ ਤੇ ਬਰਬਾਦ ਹੁੰਦਾ ਹੈ, ਆਪਣੇ ਆਂਢੀ ਗੁਆਂਢੀ, ਮੁਹੱਲੇ, ਸ਼ਹਿਰ ਨੂੰ, ਦੇਸ਼ ਤੱਕ ਨੂੰ ਬਰਬਾਦ ਕਰ ਦਿੰਦਾ ਹੈ। ਬਚਨ ਤੇ ਇਹੀ ਹੈ ਨਾ, ਭਰ ਜਵਾਨੀ ਲਹਿਰੀ ਦੇ, ਇਹੀ ਬਚਨ ਸਨ। ਬੁਰਾ ਭਲਾ ਨਾ ਪਛਾਣੀ, ਵਣ ਜਾ ਰਿਹਾ ਮਿੱਤਰਾ, ਮਨ ਮਤਾ ਅਹਮੇ। ਸਤਿਗੁਰੂ ਜੀ said, you do not distinguish between good and evil. Your mind is intoxicated with ego. That's what we call ਤਰਨਾਪੋ, ਯੂਥ, ਜਵਾਨੀ। ਕਿਉਂਕਿ ਜੋਬਨ ਜਿਹੜਾ ਹੈ ਉਹ ਗੁਨਾਹ ਅਤੇ ਆਚਰਣਹੀਨਤਾ ਨੂੰ ਥਾਂ ਦਿੰਦਾ ਹੈ। ਮਨੁੱਖ ਕਿਉਂਕਿ ਸੋਝੀ ਘੱਟ ਹੁੰਦੀ ਹੈ, ਜੋਸ਼ ਜ਼ਿਆਦਾ ਹੁੰਦਾ ਹੈ ਅਤੇ ਹੋਸ਼ ਘੱਟ ਹੁੰਦਾ ਹੈ। ਗੁਰਬਾਣੀ ਕਹਿੰਦੀ ਹੈ ਤਰਨਾਪੋ ਇਉਂ ਹੀ ਗਇਓ, ਜਵਾਨੀ ਐਵੇਂ ਹੀ ਬੀਤ ਗਈ ਅਤੇ ਹੋਇਆ ਇਹ, ਲਿਓ ਜਰਾ ਤਨ ਜੀਤ। ਓਲਡ ਏਜ ਹੈਜ਼ ਓਵਰਟੇਕਨ ਯੋਰ ਬੋਡੀ। ਬੁਢੇਪੇ ਨੇ ਹੁਣ ਇਸ ਸਰੀਰ ਤੇ ਕਬਜ਼ਾ ਕਰ ਲਿਆ ਤੇ ਹੁਣ ਤੇਰੇ ਪੱਲੇ ਕੁਝ ਨਹੀਂ। ਜੀਵਨ ਦਾ ਸਮਾਂ ਗਵਾ ਲਿਆ। ਗੁਣ ਗੋਬਿੰਦ ਗਾਇਓ ਨਹੀਂ,
ਜਨਮ ਅਕਾਰਥ ਕੀਨ, ਸਿਰ ਕੰਪਿਓ ਪਗ ਡਗਮਗੈ। ਨੈਨੋ ਨੀਰ ਬਹਿ ਤਨਖੀਨਾ, ਭਏ ਕੇਸ ਦੁਦਵਾਨੀ। ਰੂਦਾ ਕੰਠ ਸ਼ਬਦ ਨਹੀਂ ਉਚਰਾ, ਅਬ ਕਿਆ ਕਰਹਿ ਪਰਾਨੀ। ਲਿਓ ਜਰਾ ਤਨ ਜੀਤ, ਸਾਡੀ ਹਾਲਤ ਇਹ ਹੈ। ਹਰ ਮਨੁੱਖ ਦੇ ਜੀਵਨ ਰੂਪੀ ਘਰ ਦੇ ਦਰਵਾਜ਼ੇ ਦੇ ਬਾਹਰ ਬੁਢੇਪਾ ਆ ਕੇ ਖਲੋ ਜਾਂਦਾ ਹੈ ਤੇ ਆਵਾਜ਼ ਮਾਰ ਕੇ ਜਵਾਨੀ ਨੂੰ ਕਹਿੰਦਾ ਹੈ ਕਿ ਘਰ ਛੱਡ ਦੇ, ਹੁਣ ਇਹ ਘਰ ਮੇਰਾ ਹੈ। ਪਰ ਮਨੁੱਖ ਜਵਾਨੀ ਦਾ ਸਾਥ ਦਿੰਦਿਆਂ ਹੋਇਆਂ ਇੰਜੈਕਸ਼ਨ ਵੀ ਲਵਾ ਲੈਂਦਾ ਹੈ, ਐਕਸਰਸਾਈਜ਼ ਵੀ ਕਰਦਾ ਹੈ, ਹਰ ਅਡੰਬਰ ਕਰਦਾ ਹੈ ਤਾਂ ਕਿ ਜਵਾਨੀ ਬਣੀ ਰਵੇ। ਪਰ ਹੁੰਦਾ ਕੀ ਹੈ? ਅਸਾ ਦੀ ਵਾਰ ਪੜੋ, ਜਰ ਆਈ ਜੋਬਨ ਹਾਰਿਆ। ਲਿਓ ਜਰਾ ਤਨ ਜੀਤ, ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਭਾਵੇਂ ਬਾਲਪਨ ਹੋਵੇ, ਜਵਾਨੀ ਹੋਵੇ, ਭਾਵੇਂ ਬੁਢਾਪਾ ਹੋਵੇ, ਪਰ ਜਿਹਦੇ ਇਹ ਤਿੰਨ ਹਿੱਸੇ ਨੇ ਉਹਦੀ ਇੱਕ ਅਵਧੀ ਵੀ ਹੁੰਦੀ ਹੈ। ਇੱਕ ਮਨੁੱਖ ਜਿਸ ਨੂੰ ਜੀਵਨ ਮਿਲਿਆ ਉਹ ਲਿਮਿਟਿਡ ਹੈ, ਐਂਡ ਦੈਟ ਲਿਮਿਟ ਕਾਂਟ ਬੀ ਇਨਕਰੀਜ਼ ਔਰ ਡਿਕਰੀਜ਼। ਔਰ ਇਹਦੇ ਵਿੱਚ ਤਿੰਨ ਪੜਾਅ ਬਣਾ ਦਿੱਤੇ ਗਏ ਨੇ ਪਰਮਾਤਮਾ ਵੱਲੋਂ, ਜਿਹਨੂੰ ਕਿਹਾ ਜਾਂਦਾ ਹੈ ਬਾਲ, ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਬੁਢੇਪੇ ਨੇ ਤਨ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਇਹ ਮਨ ਸਮਝ ਜਾ, ਔਦ ਜਾਤ ਹੈ ਬੀਤ। ਸਮਾਂ ਨਿਕਲਦਾ ਜਾ ਰਿਹਾ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ। ਡੇ ਬਾਏ ਡੇ, hours by hours, life runs its course and the body withers away. Time will not come again. ਸਮਾਂ ਨਿਕਲਦਾ ਜਾ ਰਿਹਾ ਹੈ। ਗੁਰੂ ਕੇ ਸਿੱਖਾ ਪਛਾਣ ਕਰ ਲੈ ਤੂੰ ਕਿੱਥੇ ਤੱਕ ਪਹੁੰਚਿਆ, ਕਿਉਂਕਿ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਜਵਾਨੀ ਵੇਲੇ ਇਹ ਨਾ ਸਮਝ ਸਕਿਆ ਕਿ ਬੁਢੇਪਾ ਆ ਜਾਵੇਗਾ, ਬੁਢੇਪੇ ਵੇਲੇ ਇਹ ਨਾ ਸਮਝ ਸਕਿਆ ਕਾਲ ਆ ਜਾਵੇਗਾ। ਜੇ ਮਨੁੱਖ ਸਮਝ ਜਾਂਦਾ ਕਿ ਮੈਂ ਆਪਣੇ ਇਸ ਜੀਵਨ ਨੂੰ ਅਨਡਿਸਪਲਿਨ ਨਾ ਬਣਾਵਾਂ, ਗੁਰੂ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਆਪਣਾ ਜੀਵਨ ਬਤੀਤ ਕਰਾਂ, ਇਹ ਸਮਝ ਲੈ ਕੇ ਚੱਲਦਾ, ਕਿਉਂਕਿ ਇਸ ਜਵਾਨੀ ਨੇ ਹਮੇਸ਼ਾ ਨਹੀਂ ਰਹਿਣਾ। ਤਰਨਾਪੋ ਵੇਲੇ ਬੁਢਾਪੇ ਨੂੰ ਨਹੀਂ ਪਛਾਣਿਆ ਤੇ ਜਦ ਬਿਰਧ ਭਇਓ ਹੁਣ ਤੂੰ ਕਾਲ ਨੂੰ ਨਹੀਂ ਪਛਾਣ ਰਿਹਾ, ਕਾਲ ਪਹੁੰਚਿਓ ਆਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਜੇ ਸੌ ਵਰਿਆ ਜੀਵਣਾ ਭੀਤਨ ਹੋ ਸਿੱਖੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਲਿਆ ਬਿਰਧ ਹੋ ਗਿਆ, ਮੌਤ ਕਾਲ ਦਾ ਸਮਾਂ ਨੇੜੇ ਆ ਗਿਆ, ਪਰ ਤੈਨੂੰ ਚੇਤਾ ਹੀ ਨਹੀਂ। ਕਹੋ ਨਾਨਕ ਨਰ ਬਾਵਰੇ, ਬਾਵਰਾ ਕਿਹਨੂੰ ਕਹਿੰਦੇ ਨੇ? ਜਿਹਨੂੰ ਕੁਝ ਵੀ ਚੇਤਾ ਨਾ ਹੋਵੇ, ਕਿਸੇ ਦੀ ਪਛਾਣ ਨਾ ਕਰ ਸਕੇ। ਬਾਵਰਾ ਮਨੁੱਖ ਕੀ ਬੋਲ ਰਿਹਾ, ਕੀ ਖਾ ਰਿਹਾ ਹੈ, ਕੀ ਪਹਿਨ ਰਿਹਾ ਹੈ, ਉਹਨੂੰ ਕਿਸੇ ਗੱਲ ਦਾ ਧਿਆਨ ਨਹੀਂ ਰਹਿੰਦਾ, ਉਹ ਕਿਸੇ ਗੱਲ ਦੀ ਪਛਾਣ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਵਾਈ ਡੂ ਯੂ ਨਾਟ ਰਿਮੈਂਬਰ ਐਂਡ ਮੈਡੀਟੇਟ ਔਨ ਗੋਡ। ਕਾਲ ਨੇੜੇ ਆ ਗਿਆ, ਤੂੰ ਕਿਉਂ ਨਹੀਂ ਉਹਦਾ ਨਾਮ ਜਪਦਾ? ਕਿਉਂਕਿ ਜਿਨ੍ਹਾਂ ਪਦਾਰਥਾਂ ਦੇ ਪਿੱਛੇ ਲੱਗ ਕੇ ਤੂੰ ਆਪਣਾ ਸਾਰਾ ਜੀਵਨ ਹੁਣ ਤੱਕ ਬਤੀਤ ਕੀਤਾ ਹੈ, ਉਹ ਕੇਵਲ ਜੀਵਨ ਜੀਣ ਤੱਕ ਸੀਮਿਤ ਹਨ। ਜਬ ਲਗ ਤੇਲ ਦੀਵੈ ਮੁਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੁਨਨਾ ਮੰਦਰ ਹੋਈ। ਰੇ ਬਹੁਰੇ ਤੋਏ ਘਰ ਹੀ ਨਾ ਰਾਖੇ ਕੋਈ। ਸਾਰੀ ਜ਼ਿੰਦਗੀ ਜੋ ਖੂਨ ਪਸੀਨਾ ਇੱਕ ਕਰਕੇ ਤੂੰ ਮਿਹਨਤ ਕੀਤੀ, ਦੌਲਤ ਇਕੱਠੀ ਕਰਦਾ ਰਿਹਾ, ਤੂੰ ਤਿਜੋਰੀਆਂ ਭਰਦਾ ਰਿਹਾ, ਪਰ ਤੇਰੇ ਅੱਖਾਂ ਮੀਟਣ ਦੀ ਦੇਰ ਸੀ, ਉਹਨਾਂ ਤਿਜੋਰੀਆਂ ਦੀ ਚਾਬੀ ਕਿਸੇ ਹੋਰ ਨੇ ਸਾਂਭ ਲਈ। ਜਿਸ ਘਰ ਨੂੰ ਤੂੰ ਆਪ ਸਜਾਇਆ, ਉਸੇ ਘਰ ਦੇ ਵਿੱਚੋਂ ਮਰਨ ਤੋਂ ਬਾਅਦ ਤੈਨੂੰ ਇੱਕ ਦਿਨ ਵੀ ਰਹਿਣਾ ਨਾ ਮਿਲਿਆ। ਸਾਰੇ ਕਹਿਣ ਲੱਗੇ ਛੇਤੀ ਵਾਰ ਕੱਢੋ, ਤੋਏ ਘਰ ਹੀ ਨਾ ਰਾਖੇ ਕੋਈ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅਗਲੀ ਲਾਈਨਾਂ ਦੇ ਵਿੱਚ ਸਮਝਾ ਰਹੇ ਨੇ, ਧਨਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। Your wealth, spouse, and all the possessions which you claims as your own, none of these shall go along with you in the end. You should know this as true. So, ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਖੇਪ ਸ਼ਬਦਾਂ ਦੇ ਵਿੱਚ
ਸਾਨੂੰ ਜੀਵਨ ਜੀਣ ਦੀ ਜਾਚ ਸਿਖਾਉਣ ਵਾਲੀ ਰਚਨਾ। ਸ਼ਲੋਕ ਮਹਿਲਾ 9ਵੇਂ ਦੀ ਲੜੀਵਾਰ ਵਿਚਾਰ ਆਪ ਜੀ ਨਾਲ ਕੁਝ ਦਿਨ ਗੁਰੂ ਦੀ ਅਗਵਾਈ ਵਿੱਚ ਸਾਂਝੀ ਕਰਨੀ ਹੈ, ਤਾਂ ਜੋ ਆਉਣ ਵਾਲਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਜੋ ਸਾਰਾ ਸਿੱਖ ਜਗਤ ਬੜੇ ਉਤਸ਼ਾਹ ਨਾਲ ਮਨਾਉਣ ਵਾਲਾ ਹੈ, ਸਾਡਾ ਮਨਾਇਆ ਇਹ ਪੁਰਬ ਗੁਰੂ ਦੀ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਸਕੇ। ਸੋ ਸਾਧ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕਥਾ ਕਰਦਿਆਂ ਹੋਇਆਂ ਗਰਮਤ ਅਨੁਸਾਰ ਜੇ ਆਪ ਜੀ ਨੇ ਕੁਝ ਸਰਵਣ ਕੀਤਾ ਹੋਵੇ ਤੇ ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਯਤਨ ਜ਼ਰੂਰ ਕਰਨਾ। ਮਨਮਤ ਅਨੁਸਾਰ ਜੇ ਕੁਝ ਬੋਲ ਗਿਆ ਹੋਵਾਂ, ਖਿਮਾ ਦਾ ਜਾਚਕ ਹਾਂ। ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।